ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਪਿਆਰੇ, ਗੁਰੂ ਸਵਾਰੇ, ਸਤਸੰਗੀ ਜਣੋ, ਰੋਜ਼ਾਨਾ ਦੀ ਤਰ੍ਹਾਂ ਪਾਤਸ਼ਾਹ ਜੀ ਕੀ ਅਪਾਰ ਕਿਰਪਾ ਬਖਸ਼ਿਸ਼ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਲੈ ਕਰਕੇ ਹੀ ਪਾਤਸ਼ਾਹ ਜੀ ਦੇ ਚਰਨਾਂ ਕਮਲਾਂ ਵਿਖੇ ਹਾਜ਼ਰੀਆਂ ਲਵਾ ਰਹੇ ਹੋ ਆਪ ਜੀ। ਅੰਮ੍ਰਿਤ ਵੇਲੇ ਦੇ ਨਿਤਨੇਮ ਉਪਰੰਤ ਪਵਿੱਤਰ ਆਸਾ ਜੀ ਕੀ ਵਾਰ ਕੇ ਸ਼ਬਦ ਕੀਰਤਨ ਸਰਪਣ ਕਰ ਰਹੇ ਸੀ। ਆਓ ਮਨੋਬਿਰਤੀਆਂ ਗੁਰੂ ਚਰਨਾਂ ਨਾਲ ਜੋੜਦੇ ਹੋਏ ਗੁਰੂ ਚਰਨਾਂ ਵਿਖੇ ਲਵਾਈਏ ਹਾਜ਼ਰੀਆਂ। ਗੁਰੂ ਕਾ ਬਖਸ਼ਿਆ ਫਤਿਹ ਦਾ ਨਾਅਰਾ ਕਰੀਏ ਬੁਲੰਦ। ਉਪਰੰਤ ਬਾਣੀ ਦੀ ਵਿਚਾਰ ਨਾਲ ਜੁੜਨਾ ਕਰਾਂਗੇ। ਗੱਜ ਕੇ ਆਖੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਮਹਲਾ ਦੂਜਾ। ਅੱਖੀ ਬਾਝੋ ਵੇਖਣਾ ਵਿਣ ਕੰਨਾ ਸੁਣਨਾ, ਪੈਰਾਂ ਬਾਝੋ ਚੱਲਣਾ ਬਿਨ ਹੱਥਾਂ ਕਰਨਾ। ਅੱਖੀ ਬਾਝੋ ਵੇਖਣਾ ਬਿਨ ਕੰਨਾ ਸੁਣਨਾ, ਪੈਰਾਂ ਬਾਝੋ ਚੱਲਣਾ ਬਿਨ ਹੱਥਾਂ ਕਰਨਾ। ਜੀਭੈ ਬਾਝੋ ਬੋਲਣਾ ਇਉ ਜੀਵਤ ਮਰਨਾ, ਨਾਨਕ ਹੁਕਮ ਪਛਾਣ ਕੈ ਤਉ ਖਸਮੈ ਮਿਲਣਾ। ਨਾਨਕ ਹੁਕਮ ਪਛਾਣ ਕੈ ਤਉ ਖਸਮੈ ਮਿਲਣਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਪਿਆਰੇ, ਗੁਰੂ ਸਵਾਰੇ, ਸਤਸੰਗੀ ਜਣੋ, ਪਾਤਸ਼ਾਹ ਜੀ ਕੀ ਅਪਾਰ ਕਿਰਪਾ ਸਦਕਾ ਇਹ ਪਵਿੱਤਰ ਬਚਨ ਦੂਸਰੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਸ਼੍ਰੀ ਖਡੂਰ ਸਾਹਿਬ ਬੈਠ ਕਰਕੇ ਉਚਾਰਨ ਕੀਤੇ। ਪਠਾਨਕਾ ਦੇ ਮੁਤਾਬਕ ਇੱਕ ਦਿਨ ਸੰਗਤਾਂ ਨੇ ਬੇਨਤੀ ਕੀਤੀ ਸਤਿਗੁਰੂ ਪਾਤਸ਼ਾਹ ਜੀ ਨੂੰ ਕਿ ਮਹਾਰਾਜ ਕਿਰਪਾ ਕਰਕੇ ਦੱਸੋ ਉਸ ਪਰਮੇਸ਼ਰ ਨੂੰ ਕਿਵੇਂ ਵੇਖਣਾ ਕਰੀਏ, ਕਿਵੇਂ ਜਾਣਨਾ ਕਰੀਏ, ਉਹਦੇ ਨਾਲ ਕਿਵੇਂ ਮਿਲਣਾ ਕਰੀਏ। ਤਾਂ ਸਤਿਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਬਖਸ਼ਿਸ਼ ਕੀਤਾ ਕਿ ਸਿੱਖੋ ਉਸ ਨੂੰ ਅੱਖਾਂ ਤੋਂ ਬਗੈਰ ਵੇਖਣਾ ਹੈ ਅਤੇ ਬਿਨਾਂ ਕੰਨਾਂ ਤੋਂ ਸੁਣਨਾ ਹੈ। ਉਸ ਨੂੰ ਜੋ ਇਹਨਾਂ ਬਾਹਰੀ ਅੱਖਾਂ ਦੀ ਬਜਾਏ ਸੁਰਤ ਦੀਆਂ ਅੱਖਾਂ ਦੇ ਨਾਲ ਦੇਖਣਾ ਹੈ, ਸੁਰਤ ਦੇ ਕੰਨਾਂ ਨਾਲ ਸੁਣਨਾ ਹੈ ਅਤੇ ਸੁਰਤ ਦੇ ਨਾਲ ਹੀ ਅਸੀਂ ਉਹਦੇ ਤੱਕ ਜਾ ਸਕਦੇ ਹਾਂ। ਕਿਉਂਕਿ ਅੰਤ ਵੇਲੇ ਮਨੁੱਖ ਦੀ ਸੁਰਤ ਵਿੱਚ ਜਿਹੜਾ ਸ਼ਬਦ ਆਉਂਦਾ ਹੈ, ਸਾਡੀ ਰੂਹ ਉਸ ਫੁਰਨੇ ਦੇ ਮੁਤਾਬਕ ਹੀ ਜਾਂਦੀ ਹੈ ਜਿੱਥੋਂ ਦਾ ਉਹ ਸ਼ਬਦ ਹੁੰਦਾ ਹੈ। ਜੇ ਮਾਤਲੋਕ ਦਾ ਸ਼ਬਦ ਹੋਵੇ ਤਾਂ ਮਾਤਲੋਕ ਵਿੱਚ ਉੱਥੇ ਜਾ ਜਨਮ ਲੈਂਦੀ ਹੈ ਦੁਬਾਰਾ। ਜੇ ਪਰਮੇਸ਼ਰ ਸ਼ਬਦ ਵਿੱਚ ਸੁਰਤ ਵਿੱਚ ਵਸ ਜਾਵੇ ਤਾਂ ਫਿਰ ਅੰਤ ਕਾਲ ਨਾਰਾਇਣ ਸਿਮਰੇ ਐਸੀ ਚਿੰਤਾ ਮਹਿ ਜੇ ਮਰੇ। ਬਦਤ ਤਲੋਚਨ ਤੇ ਨਾਲ ਮੁਕਤਾ ਪੀਤੰਬਰ ਵਾਕੈ ਹਿਰਦੇ ਵਸੇ। ਉਹ ਪਰਮੇਸ਼ਰ ਵਿੱਚ ਜਾ ਵਸਦਾ ਹੈ, ਪਰਮੇਸ਼ਰ ਉਹਦੇ ਵਿੱਚ ਜਾ ਵਸਦਾ। ਧੰਨ ਧੰਨ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਕਹਿ ਰਹੇ ਹਨ ਸਿੱਖ ਸੰਗਤਾਂ ਨੂੰ ਕਿ ਇਹਨਾਂ ਬਾਹਰੀ ਅੱਖਾਂ ਤੋਂ ਬਗੈਰ ਦੇਖਣਾ ਹੈ, ਬਾਹਰੀ ਕੰਨਾਂ ਤੋਂ ਬਗੈਰ ਸੁਣਨਾ ਹੈ, ਇਹਨਾਂ ਪੈਰਾਂ ਤੋਂ ਬਗੈਰ ਚੱਲਣਾ ਹੈ,
ਹੱਥਾਂ ਤੋਂ ਬਗੈਰ ਕਰਨਾ, ਜੀਭ ਤੋਂ ਬਗੈਰ ਬੋਲਣਾ, ਇਉਂ ਜਿਉਂਦੇ ਹੋਏ ਵੀ ਮਰਨਾ ਹੈ। ਔਰ ਇਸ ਤਰ੍ਹਾਂ ਦੇ ਨਾਲ ਅਸੀਂ ਪਰਮੇਸ਼ਰ ਦੇ ਗੁਰੂ ਦੇ ਹੁਕਮ ਨੂੰ ਸਮਝ ਸਕਦੇ ਹਾਂ। ਔਰ ਹੁਕਮ ਨੂੰ ਸਮਝ ਕਰਕੇ ਉਸ ਦੇ ਹੁਕਮ ਨੂੰ, ਸ਼ਬਦ ਨੂੰ, ਗਿਆਨ ਨੂੰ ਜਾਣ ਕਰਕੇ ਅਸੀਂ ਉਸ ਮਾਲਕ ਵਿੱਚ ਮਿਲ ਸਕਦੇ ਹਾਂ। ਤਾਂ ਪੁੱਛਣਾ ਕੀਤਾ ਮਹਾਰਾਜ, ਅੱਖਾਂ ਤੋਂ ਬਗੈਰ ਕਿਵੇਂ ਵੇਖਿਆ ਜਾ ਸਕਦਾ ਹੈ, ਤੇ ਕੰਨਾਂ ਤੋਂ ਬਗੈਰ ਕਿਵੇਂ ਸੁਣਿਆ ਜਾ ਸਕਦਾ ਹੈ। ਤੇ ਧੰਨ ਗੁਰੂ ਅੰਗਦ ਦੇਵ ਜੀ ਕਹਿੰਦੇ ਅੱਖਾਂ ਤੋਂ ਬਗੈਰ ਉਸ ਨਿਰਗੁਣ ਸਰੂਪ ਨੂੰ ਸੁਰਤ ਦੀਆਂ ਅੱਖਾਂ ਨਾਲ ਦੇਖਣਾ ਹੈ, ਬਾਹਰੀਆਂ ਅੱਖਾਂ ਨਾਲ ਨਹੀਂ ਦੇਖਿਆ ਜਾ ਸਕਦਾ। ਉਹ ਨਿਰਗੁਣ ਸਰੂਪ ਜਿਹੜਾ ਹੈ, ਉਹ ਅੰਦਰਲੀਆਂ ਜਿਹੜੀਆਂ ਗੁਪਤ ਗੱਲਾਂ ਹਨ ਉਹਨਾਂ ਨੂੰ ਅੰਦਰਲੇ ਕੰਨਾਂ ਨਾਲ ਹੀ ਸੁਣਿਆ ਜਾ ਸਕਦਾ। ਜਿਸ ਤਰ੍ਹਾਂ 10ਵੇਂ ਪਾਤਸ਼ਾਹ ਜੀ ਆਪਣੇ ਬਚਨਾਂ ਵਿੱਚ ਕਹਿੰਦੇ, ਕਾਨ ਸੁਣੇ ਪਹਿਚਾਨ ਨ ਤਿਨਸੋਂ, ਲਿਵ ਲਾਗੀ ਮੋਰੀ ਪਗ ਇਨਸੋਂ। ਮੇਰੇ ਕੰਨ ਸੁਣਦੇ ਹਨ, ਪਰ ਉਹਦੇ ਨਾਲ ਹਲੇ ਜਾਣ ਪਛਾਣ ਨਹੀਂ ਹੋਈ, ਕਿਉਂਕਿ ਉਹ ਨਿਰਗੁਣ ਹੈ, ਉਹਦਾ ਸਰੀਰ ਕੋਈ ਨਹੀਂ। ਜਦੋਂ ਕਿਸੇ ਦਾ ਸਰੀਰ ਹੋਵੇ ਤੇ ਫਿਰ ਹੀ ਜਾਣ ਪਛਾਣ ਹੋ ਸਕਦੀ ਹੈ ਨਾ। ਪਰ ਜਿਹੜਾ ਨਿਰਸਰੀਰੀ ਹੈ, ਜੋ ਨਿਰਗੁਣ ਹੈ, ਉਸ ਨੂੰ ਜਾਣਨ ਦੇ ਲਈ, ਉਸ ਨੂੰ ਦੇਖਣ ਦੇ ਲਈ ਜਿਹੜਾ ਸਾਡਾ ਸੂਖਮ ਸਰੀਰ ਹੈ, ਉਸ ਤੋਂ ਹੀ ਕੰਮ ਲਿਆ ਜਾ ਸਕਦਾ। ਪ੍ਰਤੱਖ ਕੰਨਾਂ ਦੇ ਨਾਲ ਅਸੀਂ ਮਾਇਆ ਦੇ ਬਚਨ ਸੁਣਦੇ ਹਾਂ, ਬਾਹਰੀ ਤੌਰ ਦੀਆਂ ਗੱਲਾਂ ਸੁਣਦੇ ਹਾਂ। ਪ੍ਰਤੱਖ ਜਿਹੜੇ ਅੰਦਰੂਨੀ ਸ਼ਬਦ ਹਨ, ਜੋ ਅੰਦਰ ਸਾਡੇ ਪਰਮੇਸ਼ਰ ਦੀ ਗੱਲ ਹੈ, ਉਸ ਨੂੰ ਸੁਣਨ ਦੇ ਲਈ ਸਾਨੂੰ ਅੰਦਰ ਹੀ ਜਾਣਾ ਪੈਣਾ। ਬਾਹਰੋਂ ਸੁਣਨਾ ਕੱਟਿਆ ਜਾਵੇ, ਬਾਹਰ ਦੇਖਣਾ ਕੱਟਿਆ ਜਾਵੇ। ਇਸ ਤਰ੍ਹਾਂ ਸਤਿਗੁਰੂ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ ਕਿ ਜਦੋਂ ਅਸੀਂ ਉਸ ਦਾ ਧਿਆਨ ਕਰਦੇ ਹਾਂ, ਸਾਖੀ ਦਾ, ਚੇਤਨਾ ਦੇ ਨਾਲ, ਸੁਰਤ ਦੇ ਨਾਲ, ਜਿਹੜਾ ਕਿ ਤਿੰਨਾਂ ਅਵਸਥਾਵਾਂ ਦੇ ਵਿੱਚ ਕੰਮ ਕਰਦਾ ਹੈ। ਅਸੀਂ ਸੁੱਤੇ ਪਏ ਹਾਂ ਉਦੋਂ ਵੀ ਕੰਮ ਕਰਦਾ ਹੈ, ਜਾਗਦੇ ਹਾਂ ਉਦੋਂ ਵੀ ਕੰਮ ਕਰਦਾ ਹੈ, ਗੂੜ੍ਹੀ ਨੀਂਦ ਵਿੱਚ ਵੀ ਚਲੇ ਜਾਈਏ ਉਦੋਂ ਵੀ ਕੰਮ ਕਰਦਾ ਹੈ। ਜਿਵੇਂ ਤੜਕੇ ਉੱਠ ਕੇ ਕੋਈ ਬੰਦਾ ਕਹਿੰਦਾ ਹੈ, ਅੱਜ ਤਾਂ ਬੜੇ ਸੁੱਤੇ ਯਾਰ, ਪਤਾ ਹੀ ਨਹੀਂ ਲੱਗਿਆ ਕਿੱਥੇ ਪਏ ਸੀ। ਭਾਵ ਸਰੀਰ ਨੂੰ ਗੂੜ੍ਹੀ ਨੀਂਦ ਆ ਗਈ, ਪਰ ਉਹ ਚੇਤਨ ਸਾਖੀ ਜਿਹੜਾ ਸਾਡੇ ਅੰਦਰ ਹੈ, ਜੋ ਸਾਡਾ ਸਰੂਪ ਹੈ, ਉਹ ਉਸ ਗੂੜ੍ਹੀ ਨੀਂਦ ਵਿੱਚ ਵੀ ਸੁਚੇਤ ਹੈ। ਉਦੋਂ ਵੀ ਉਹ ਆਪਣੇ ਅੰਦਰ ਜਾ ਕਰਕੇ ਇਹ ਸਤਾ ਨੂੰ ਜਾਣ ਰਿਹਾ ਹੈ। ਇਸੇ ਤਰ੍ਹਾਂ ਹੀ ਅੰਦਰਲੀਆਂ ਅੱਖਾਂ ਦੇ ਨਾਲ ਹੀ ਵੇਖਣਾ ਹੈ। ਉਹ ਸਾਖੀ ਦੇ ਨਾਲ ਜੁੜ ਕਰਕੇ, ਚੇਤਨ ਦੇ ਨਾਲ ਜੁੜ ਕਰਕੇ ਜਦੋਂ ਇਹ ਜੀਵ ਆਤਮਾ ਜੁੜਦੀ ਹੈ ਤੇ ਫਿਰ ਆਪਣੀਆਂ ਅੱਖਾਂ ਦੇ ਨਾਲ ਅੰਦਰੋਂ ਹੀ ਵੇਖਦੀ ਹੈ। ਜਿਸ ਤਰ੍ਹਾਂ ਬ੍ਰਹਮ ਗਿਆਨੀ ਇੱਕ ਥਾਂ 'ਤੇ ਬੈਠਾ ਹੀ ਦੂਰ ਤੱਕ ਵੇਖ ਵੀ ਸਕਦਾ ਹੈ, ਦੂਰ ਤੱਕ ਆਪਣੀ ਗੱਲ ਵੀ ਪਹੁੰਚਾ ਸਕਦਾ ਹੈ, ਦੂਰ ਕੀ ਹੋ ਰਿਹਾ ਉਹ ਜਾਣ ਵੀ ਸਕਦਾ ਹੈ। ਕਿਉਂਕਿ ਜਿਹੜੀ ਆਤਮਾ ਹੈ, ਚੇਤਨਾ ਹੈ, ਸਾਖੀ ਹੈ ਸਾਡਾ ਅੰਦਰਲਾ, ਉਹ ਸਾਰੇ ਬ੍ਰਹਿਮੰਡ ਨਾਲ ਜੁੜਿਆ ਹੋਇਆ ਹੈ। ਜਦੋਂ ਕੋਈ ਉਸ ਬ੍ਰਹਿਮੰਡ ਦੇ ਨਾਲ ਜੁੜ ਜਾਵੇ ਤਾਂ ਉਹ ਆਪਣੇ ਅੰਦਰ ਜਾ ਕਰਕੇ ਸਾਰੀ ਸ੍ਰਿਸ਼ਟੀ ਨੂੰ ਵੇਖ ਸਕਦਾ। ਭਗਤਾਂ ਨੇ ਵੇਖਿਆ, ਭਗਤ ਪੀਪਾ ਜੀ ਕਹਿੰਦੇ, ਜੋ ਬ੍ਰਹਿਮੰਡੇ ਸੋਈ ਪਿੰਡੇ, ਜੋ ਖੋਜੈ ਸੋ ਪਾਵੈ। ਉਹਨਾਂ ਨੇ ਆਪਣੇ ਅੰਦਰੋਂ ਜੋ ਦੇਖਿਆ ਉਹੀ ਬਾਹਰ ਦੇਖਿਆ, ਜੋ ਬਾਹਰੋਂ ਦੇਖਿਆ ਉਹ ਆਪਣੇ ਅੰਦਰੋਂ ਵੇਖਿਆ।
पर जिहड़ा इस रस्ते चलता है चेतन दे नाल, साखी दे नाल जुड़ करके, ਉਹ ही इस गल नूं समझ सकता है। जो खोजै सो पावै, पीपा प्रणवै परम तत्त है, सतगुर होए लिखावै। ਜਦੋਂ ਸਾਡੀ ਆਤਮਾ ਇਸ ਬ੍ਰਹਿਮੰਡ ਵਿੱਚ ਮਿਲ ਜਾਂਦੀ ਹੈ ਤਾਂ ਬੜੀ ਤੇਜ਼ੀ ਦੇ ਨਾਲ ਕਿਤੇ ਵੀ ਜਾ ਸਕਦੀ ਹੈ। ਬਾਹਰੀ ਤੌਰ 'ਤੇ ਸੁਰਤ ਨਾਲ ਜਾਂਦੇ ਹਾਂ, ਕਈ ਵਾਰੀ ਇੱਥੇ ਬੈਠੇ ਘਰੇ ਧਿਆਨ ਚਲਿਆ ਜਾਂਦਾ। ਉਹ ਸਾਖੀ ਦੀ, ਉਹ ਸੂਖਮ ਦੀ ਗੱਲ ਹੀ ਗੁਰੂ ਨਾਨਕ ਦੇਵ ਜੀ ਦੌਲਤ ਖਾਨ ਰਾਜੇ ਨੂੰ ਅਤੇ ਕਾਜੀ ਨੂੰ ਕਹਿੰਦੇ ਆ ਵੀ ਤੁਸੀਂ ਤਾਂ ਘਰੇ ਫਿਰਦੇ ਸੀ, ਘੋੜਿਆਂ ਨੂੰ ਵੇਖਦੇ, ਮੈਂ ਨਵਾਜ਼ ਕਿਹਦੇ ਨਾਲ ਕਰਦਾ। ਭਾਵ ਜੋ ਨਵਾਜ਼ ਕਰਨ ਵਾਲਾ ਉਹ ਤਾਂ ਘੋੜੇ ਖਰੀਦਣ ਚਲਿਆ ਗਿਆ ਕਾਬਲ ਕੰਧਾਰ ਦੇ ਵਿੱਚ। ਕਾਜੀ ਦਾ ਮਨ ਚਲਿਆ ਗਿਆ ਘਰ ਦੇ ਵਿੱਚ, ਘੋੜੀ ਸੂਈ ਹੋਈ ਸੀ। ਉਹ ਸਾਖੀ, ਉਹ ਸੂਖਮ ਜਿਹੜਾ ਹੈ ਉਹ ਵਾਕਿਆ ਹੀ ਬਿਨਾਂ ਪੈਰਾਂ ਤੋਂ ਜਾਂਦਾ ਹੈ, ਬਿਨਾਂ ਹੱਥਾਂ ਤੋਂ ਕਰਦਾ ਹੈ, ਬਿਨਾਂ ਕੰਨਾਂ ਤੋਂ ਸੁਣਦਾ ਹੈ, ਬਿਨਾਂ ਅੱਖਾਂ ਤੋਂ ਵੇਖਦਾ ਹੈ। ਸੁਰਤ ਦੇ ਨਾਲ ਹੀ ਗੁਰੂ ਦੀ ਗੱਲ ਨੂੰ ਸਮਝਣਾ। ਨਾਨਕ ਹੁਕਮ ਪਛਾਣ ਕੇ, ਇਹ ਸ਼ਬਦਾਂ ਨੂੰ ਵੀ ਆਪਾਂ ਹੁਕਮ ਕਹਿੰਦੇ ਹਾਂ, ਹੁਕਮਨਾਮਾ। ਜਿਹੜੇ ਗੁਰੂ ਦੇ ਬਚਨ ਹੁੰਦੇ ਹਨ, ਇਹਨਾਂ ਨੂੰ ਸਮਝਣ ਦੀ ਲੋੜ ਹੈ ਸੁਰਤ ਦੇ ਨਾਲ। ਇੱਥੇ ਪਹਿਲਵਾਨੀ ਨਹੀਂ ਚੱਲਣੀ, ਇੱਥੇ ਸਰੀਰ ਦਾ ਜ਼ੋਰ ਨਹੀਂ ਚੱਲਣਾ। ਤੇ ਪਾਤਸ਼ਾਹ ਜੀ ਨੇ ਇਹ ਗੱਲ ਕੱਟ ਵੀ ਦਿੱਤੀ ਹੈ, ਜੋਰ ਨਾ ਜੀਵਨ ਮਰਨ ਜੋਰ, ਜੋਰ ਨਾ ਰਾਜ ਮਾਲ ਮਨਸੋਰ, ਜੋਰ ਨਾ ਸੁਰਤੀ ਗਿਆਨ ਵਿਚਾਰ, ਜੋਰ ਨਾ ਜੁਗਤੀ ਛੁਟੈ ਸੰਸਾਰ। ਜਿਹੜੀ ਗਿਆਨ ਵਿਚਾਰ ਦੀ ਗੱਲ ਹੈ ਉਹ ਜ਼ੋਰ ਨਾਲ ਨਹੀਂ, ਸੁਰਤ ਨਾਲ ਹੈ। ਇਹ ਸੰਸਾਰ 'ਚੋਂ ਮੁਕਤ ਹੋਣ ਦੀ ਗੱਲ ਜਿਹੜੀ ਹੈ ਉਹ ਵੀ ਜ਼ੋਰ ਨਾਲ ਨਹੀਂ, ਜੁਗਤੀ ਨਾਲ ਹੈ, ਜਿਹੜੀ ਗੁਰੂ ਦੱਸਦਾ। ਸਤਿਗੁਰੂ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ, ਨਾਨਕ ਹੁਕਮ ਪਛਾਣ ਕੇ ਤੋ ਖਸਮੈ ਮਿਲਣਾ। ਕਹਿਣ ਲੱਗੇ ਉਹ ਪਰਿਪੂਰਨ ਪਰਮੇਸ਼ਰ ਪਰਮਾਤਮਾ ਜੋ ਹੈ ਉਸ ਨੂੰ ਅਸੀਂ ਸੁਰਤੀ ਦੇ ਨਾਲ ਹੀ ਦੇਖ ਸਕਦੇ ਹਾਂ। ਪ੍ਰਤੱਖ ਜ਼ੁਬਾਨ ਤੋਂ ਬਗੈਰ ਉਸ ਨੂੰ ਬੋਲਿਆ ਜਾ ਸਕਦਾ ਹੈ ਅੰਦਰ ਜਾ ਕੇ। ਗੁਪਤ ਅਰਦਾਸ ਜੀ ਨੂੰ ਅਸੀਂ ਕਹਿੰਦੇ ਹਾਂ। ਗੁਪਤ ਅਰਦਾਸ ਦੇ ਵਿੱਚ ਜਿਹੜਾ ਹੈ ਉੱਥੇ ਜੀਭ ਦੀ ਲੋੜ ਨਹੀਂ। ਉਸ ਗੁਪਤ ਅਰਦਾਸ ਦੀ ਗੱਲ ਤਾਂ ਪਸ਼ੂਆਂ ਪੰਛੀਆਂ ਦੀ ਵੀ ਰੱਬ ਸੁਣ ਲੈਂਦਾ। ਹੁਣ ਬੋਲਣ ਦਾ ਆਪਣੇ ਵਾਂਗੂ ਜਾਣਦੇ ਨਹੀਂ, ਪਰ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਕੁੰਚਰ ਕੀ ਚਿੰਗਾੜ ਪਾਸੈ, ਕੁੰਚਰ ਕੀ ਚਿੰਗਾੜ ਪਾਸੈ, ਚੀਂਟੀ ਕੀ ਪੁਕਾਰ ਪਹਿਲੇ ਸੁਣੀਅਤ ਹੈ। ਹੁਣ ਹਾਥੀ ਦੀ ਚੰਗਿਆੜ ਕਿੱਡੀ ਉੱਚੀ ਹੈ। ਜੰਗਲ ਦੇ ਵਿੱਚ ਜਦੋਂ ਚੀਕ ਮਾਰਦਾ ਹੈ ਤੇ ਸਾਰਾ ਜੰਗਲ ਨੂੰ ਹਿਲਾ ਕੇ ਰੱਖ ਦਿੰਦਾ, ਤੇ ਕੀੜੀ ਦੀ ਆਵਾਜ਼ ਕਿੰਨੀ ਕੁ ਹੋਊਗੀ। ਤੇ ਕੀੜੀ ਦੀ ਆਵਾਜ਼ ਤਾਂ ਸਾਨੂੰ ਸੁਣਦੀ ਹੀ ਨਹੀਂ, ਪਰ ਕੀੜੀ ਦੀ ਆਵਾਜ਼ ਪਰਮੇਸ਼ਰ ਦੇ ਦਰ 'ਤੇ ਪਹਿਲਾਂ ਸੁਣੀ ਜਾਂਦੀ ਹੈ, ਹਾਥੀ ਦੀ ਚੰਗਿਆੜ ਮਗਰੋਂ ਸੁਣੀ ਜਾਂਦੀ ਹੈ। ਦੂਸਰਾ ਅਰਥ ਹੈ ਕਿ ਹੰਕਾਰੀ ਬੰਦੇ ਦੀ ਗੱਲ ਨਹੀਂ ਸੁਣੀ ਜਾਂਦੀ, ਨਿਮਰਤਾ ਦੇ ਨਾਲ ਨਿਮਾਣੀ ਨਿਤਾਣੀ ਦੀ ਗੱਲ ਪਹਿਲਾਂ ਸੁਣੀ ਜਾਂਦੀ ਹੈ। ਕਹੋ ਸਤਿਨਾਮ ਸੀ। ਇਸ ਕਰਕੇ ਧੰਨ ਧੰਨ ਸ਼੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਇੱਥੇ ਬਖਸ਼ਿਸ਼ ਕਰ ਰਹੇ ਹਨ ਕਿ ਉਸ ਪਰਮੇਸ਼ਰ ਨੂੰ ਮਿਲਣ ਦੇ ਲਈ ਇਹਨਾਂ ਬਾਹਰੀ ਕੰਨਾਂ ਦੀ, ਅੱਖਾਂ ਦੀ, ਸਰੀਰ ਦੀ, ਪੈਰਾਂ ਦੀ ਲੋੜ ਨਹੀਂ ਹੈ। ਉੱਥੇ ਸੁਰਤ ਨੇ ਕੰਮ ਕਰਨਾ। ਨਾਨਕ ਸੇ ਅਖੜੀਆਂ ਬਿਆਨ, ਜਿਨੀ ਦਸੰਦੜੋ ਮਾਂ ਪਿਰੀ। ਉਹ ਅੱਖਾਂ ਹੋਰ ਹਨ ਜਿਨ੍ਹਾਂ ਦੇ ਨਾਲ ਮੇਰਾ ਪਿਆਰਾ ਦਿਸਦਾ ਹੈ। ਉਹ ਸਭ ਕੁਝ ਸੁਰਤ ਦਾ ਹੈ, ਉਹ ਸੂਖਮ ਸਰੀਰ ਦਾ ਹੈ। ਤੁਹਾਡਾ ਸੂਖਮ ਸਰੀਰ ਹੀ ਇਹ ਸਰੀਰ ਨੂੰ ਛੱਡ ਕੇ ਰਾਤ ਨੂੰ ਸੁਪਨਿਆਂ ਵਿੱਚ ਕਿਤੇ ਦੀ ਕਿਤੇ ਚਲਿਆ ਜਾਂਦਾ। ਉਦੋਂ ਕਿਹੜੇ ਪੈਰ ਲੈ ਕੇ ਜਾਂਦਾ ਉਹ?
ਹਵਾ ਦੇ ਵਿੱਚ ਹੀ ਜਾਂਦਾ। ਇਹਨੂੰ ਕਹਿੰਦੇ ਆ ਪੌਣ, ਪਵਨ ਗੁਰੂ, ਪਵਨ ਦੇ ਰਾਹੀਂ ਜਾਂਦਾ। ਧੰਨ ਗੁਰੂ ਨਾਨਕ ਦੇਵ ਜੀ ਉਸੇ ਸਰੂਪ ਦੇ ਨਾਲ ਗੁਰੂ ਪਿਆਰਿਓ ਮੱਕੇ ਤੋਂ ਸੁਲਤਾਨਪੁਰ ਤੱਕ 5000 ਕੋਹ ਹੈ। ਤੇ 5000 ਕੋਹ ਮੱਕੇ ਤੋਂ ਸੁਲਤਾਨਪੁਰ ਇੱਕ ਛਿਣ ਦੇ ਵਿੱਚ ਜਦੋਂ ਭੈਣ ਬੇਬੇ ਨਾਨਕੀ ਨੇ ਯਾਦ ਕੀਤਾ, ਇੱਕ ਛਿਣ ਦੇ ਵਿੱਚ ਸੁਲਤਾਨਪੁਰ ਪਹੁੰਚ ਗਏ। ਕਹਾਣੀ ਹੈ, ਸਾਖੀ ਹੈ ਕਿ ਜਿਸ ਵੇਲੇ ਸ਼ਾਮਾਂ ਦਾ ਪ੍ਰਸ਼ਾਦਾ ਭੈਣ ਬਣਾ ਰਹੀ ਆ ਬੇਬੇ ਨਾਨਕੀ, ਤੇ ਇਹਨਾਂ ਨੇ ਫੁਰਨੇ ਵਿੱਚ ਖਿਆਲ ਕੀਤਾ। ਜੋ ਇਹਨਾਂ ਨੇ ਸੋਚਿਆ ਉਹ ਵੀ ਬਿਨਾਂ ਜੀਭ ਤੋਂ ਬੋਲਿਆ। ਉੱਥੇ ਮੂੰਹ ਨਾਲ ਨਹੀਂ ਬੋਲਿਆ ਭੈਣ ਬੇਬੇ ਨਾਨਕੀ ਨੇ, ਸੁਰਤ ਨਾਲ ਹੀ ਬੋਲਿਆ। ਜੇ ਕਿਤੇ ਵੀਰਾ ਹੁੰਦਾ ਤੇ ਇਹ ਪ੍ਰਸ਼ਾਦਾ ਤਾਂ ਉਹਦੇ ਛਕਣ ਵਾਲਾ ਸੀ। ਹੁਣ ਬੇਬੇ ਨਾਨਕੀ ਨੇ ਬੋਲਿਆ ਹੈ ਸੁਲਤਾਨਪੁਰ ਬਿਨਾਂ ਜੀਭ ਤੋਂ, ਜੀਭੈ ਬਾਝੋਂ ਬੋਲਣਾ। ਔਰ ਬਾਬੇ ਨਾਨਕ ਨੇ ਸੁਣਿਆ ਬਿਨਾਂ ਕੰਨਾਂ ਤੋਂ। 5000 ਕੋਹ ਦਾ ਫਾਸਲਾ ਹੈ ਵਿਚਾਲੇ। ਬੇਬੇ ਨਾਨਕੀ ਨੇ ਬੋਲਿਆ ਬਿਨਾਂ ਜੀਭ ਤੋਂ। ਜੇ ਕਿਤੇ ਵੀਰ ਹੁੰਦਾ, ਇਹ ਪ੍ਰਸ਼ਾਦਾ ਫੁਲਕਾ ਜਿਹੜਾ ਬੜਾ ਸੁੰਦਰ ਬਣ ਗਿਆ, ਫੁੱਲ ਗਿਆ, ਇਹ ਤਾਂ ਮੇਰੇ ਵੀਰ ਨਾਨਕ ਦੇ ਖਾਣ ਵਾਲਾ ਸੀ। ਤੇ ਉਧਰ ਤੁਰੰਤ ਗੁਰੂ ਨਾਨਕ ਦੇਵ ਜੀ ਨੇ 5 ਕੋਹ 1000 ਕੋਹ ਤੇ ਸੁਣਿਆ ਹੈ। ਤੇ ਮਰਦਾਨੇ ਨੂੰ ਕਹਿੰਦੇ, ਮਰਦਾਨਿਆਂ ਪਿੰਡ ਚੱਲੀਏ। ਮਰਦਾਨਾ ਕਹਿੰਦਾ ਜੀ ਇਸ ਵੇਲੇ ਕਿਹੜਾ ਸਮਾਂ ਜਾਣ ਦਾ ਆਪਣਾ। ਕਹਿੰਦੇ ਨਹੀਂ ਹੁਣੇ ਹੀ ਜਾਣਾ। ਬੇਬੇ ਨੇ ਯਾਦ ਕੀਤਾ। ਕਹਿੰਦਾ ਜੀ ਤੜਕੇ ਚੱਲ ਵੜਾਂਗੇ। ਕਹਿੰਦੇ ਨਹੀਂ ਨਹੀਂ ਤੂੰ ਨੇਤਰ ਬੰਦ ਕਰ, ਹੁਣੇ ਹੀ ਜਾਣਾ। ਕਹਿੰਦੇ ਮਰਦਾਨੇ ਨੇ ਅੱਖਾਂ ਬੰਦ ਕੀਤੀਆਂ, ਸਤਿਗੁਰ ਨੇ ਨੇਤਰ ਬੰਦ ਕੀਤੇ, ਔਰ ਸੁੱਟ ਦੇ ਨਾਲ ਹੀ ਸਤਿਗੁਰੂ ਪਾਤਸ਼ਾਹ ਬੇਬੇ ਨਾਨਕੀ ਦੇ ਬਾਰ 'ਚ ਕੁੰਡਾ ਆ ਖੜਕਾਇਆ ਬਿਨ ਹੱਥਾਂ ਕਰਨਾ। ਆ ਬਾਰ ਖੜਕਾਇਆ। ਕਹਿੰਦੇ ਬੇਬੇ ਨਾਨਕੀ ਚਵਾਰੇ 'ਚ ਰਹਿੰਦੇ ਸਨ। ਥੱਲੇ ਉਹਨਾਂ ਦੀ ਇੱਕ ਨੌਕਰਾਣੀ ਰਹਿੰਦੀ ਸੀ। ਨੌਕਰਾਣੀ ਨੇ ਖੜਕਾ ਸੁਣਿਆ, ਬਾਹਰ ਖੋਲ੍ਹਿਆ, ਵੇਖਿਆ ਨਾਨਕ ਆਇਆ। ਤੇ ਨੌਕਰਾਣੀ ਵੀਰਾ ਹੀ ਕਹਿ ਦਿੰਦੀ ਸੀ। ਕਹਿੰਦੀ ਬਹੂ ਵੀਰਾ ਆਇਆ। ਧੰਨ ਗੁਰੂ ਨਾਨਕ ਦੇਵ ਜੀ ਅੰਦਰ ਗਏ। ਕਹਿੰਦੇ ਲਿਆ ਭੈਣੇ ਪ੍ਰਸ਼ਾਦਾ ਛਕੀਏ, ਬਿਨ ਕੰਨਾਂ ਸੁਣ ਲਓ। ਕਿੱਥੇ ਕਿਹਾ? ਸੁਲਤਾਨਪੁਰ ਦੇ ਵਿੱਚ। ਸੁਣਿਆ ਕਿੱਥੇ ਆ? ਉਹ ਮੱਕੇ ਦੇ ਵਿੱਚ ਬੈਠਿਆਂ ਨੇ। ਇਹ ਆਵਾਜ਼ ਬੜੀ ਤੇਜ਼ ਜਾਂਦੀ ਹੈ, ਕਿਉਂਕਿ ਇੱਥੋਂ ਨਿਕਲਿਆ ਹੋਇਆ ਸ਼ਬਦ ਫਿਜ਼ਾ ਵਿੱਚ ਖਿੰਡ ਜਾਂਦਾ ਹੈ, ਹਵਾ ਵਿੱਚ ਖਿੰਡ ਜਾਂਦਾ ਹੈ। ਅਤੇ ਉਹ ਸ਼ਬਦ ਤੁਰੰਤ ਹੀ ਉੱਥੇ ਜਾ ਵੱਜਦਾ ਜਿਹਦੇ ਬਾਰੇ ਸੋਚਿਆ ਹੁੰਦਾ, ਜਿਹਦੇ ਬਾਰੇ ਬੋਲਿਆ ਹੁੰਦਾ। ਅਤੇ ਬੇਬੇ ਨਾਨਕੀ ਕਹਿੰਦੇ ਵੀਰਾ ਤੈਨੂੰ ਮੈਂ ਹੁਣੇ ਹੀ ਯਾਦ ਕੀਤਾ ਸੀਗਾ ਵੀ ਜੇ ਕਿਤੇ ਆਹ ਫੁਲਕਾ ਵੀਰ ਇੱਥੇ ਹੁੰਦਾ ਤਾਂ ਉਹਨੂੰ ਖਵਾਉਂਦੇ। ਅਤੇ ਮਰਦਾਨਾ ਦੱਸਣ ਲੱਗਿਆ, ਕਹਿੰਦਾ ਭੈਣੇ ਅਸੀਂ ਤਾਂ, ਬਾਬਾ ਜੀ ਕਹਿੰਦੇ ਚੁੱਪ ਕਰ ਜਾ। ਦੱਸਣ ਲੱਗਿਆ ਸੀਗਾ ਵੀ ਅਸੀਂ 5000 ਕੋਹ ਤੋਂ ਆਏ ਹਾਂ। ਇੰਨੇ ਚਿਰ 'ਚ ਹਜੇ ਫੁਲਕਾ ਤਵੇ ਤੋਂ ਲੱਥਾ ਵੀ ਨਹੀਂ ਸੀ, ਠੰਡਾ ਵੀ ਨਹੀਂ ਹੋਇਆ ਫੁਲਕਾ। ਇਹ ਘਟਨਾ ਕਿਵੇਂ ਘਟੀ? ਬਸ ਉਸੇ ਢੰਗ ਨਾਲ ਹੀ ਜਿਹੜਾ ਗੁਰੂ ਅੰਗਦ ਦੇਵ ਜੀ ਨੇ ਆਪ ਜੱਜਮੈਂਟ ਕੀਤਾ ਕਈ ਵਾਰੀ। ਅੱਖੀਂ ਬਾਝੋਂ ਵੇਖਣਾ, ਬਿਨ ਕੰਨਾਂ ਸੁਣਨਾ, ਪੈਰਾਂ ਬਾਝੋਂ ਚੱਲਣਾ, ਬਿਨ ਹੱਥਾਂ ਕਰਨਾ, ਜੀਭੈ ਬਾਝੋਂ ਬੋਲਣਾ, ਇਉਂ ਜੀਵਤ ਮਰਨਾ। ਅਤੇ ਉੱਥੇ ਬੇਬੇ ਨਾਨਕੀ ਨੇ ਉੱਚੀ ਆਵਾਜ਼ ਮਾਰ ਕੇ ਨਹੀਂ ਕਿਹਾ ਸੀ ਵੀ ਨਾਨਕ ਆ ਜਾ ਰੋਟੀ ਖਾ ਲਾ। ਸੁਰਤ ਵਿੱਚ ਹੀ ਸੋਚਿਆ ਸੀਗਾ। ਜੋ ਆਪਾਂ ਸੋਚਦੇ ਹਾਂ ਉਹ ਆਪਾਂ ਸੁਣਦੇ ਵੀ ਅੰਦਰ ਕਈ ਵਾਰੀ। ਉਹ ਸ਼ਬਦ ਆਪਾਂ ਨੂੰ ਪ੍ਰਤੱਖ ਅੰਦਰ ਆਪਾਂ ਨੂੰ ਸੁਣ ਜਾਂਦੇ ਆ। ਪਰ ਸਾਡੀ ਸੁਰਤ ਵਿੱਚੋਂ ਵਾਈਬ੍ਰੇਸ਼ਨ ਕਿਰਨਾਂ ਨਿਕਲਦੀਆਂ ਅਤੇ ਉਹ ਬ੍ਰਹਿਮੰਡ ਵਿੱਚ ਫੈਲ ਜਾਂਦੀਆਂ। ਅਤੇ ਜਿੱਥੇ ਜਿੱਥੇ ਉਹ ਜਾਂਦੀਆਂ
ਜਿਹੜਾ ਉਹਦੇ ਨਾਲ ਕਨੈਕਟ ਹੁੰਦਾ ਉਹ ਸੁਣ ਲੈਂਦਾ। ਆ ਇੱਕ ਵਾਇਰਲੈਸ ਹੁੰਦੀ ਹੈ ਸਰਕਾਰ ਕੋਲੇ, ਪੁਲਿਸ ਕੋਲੇ, ਫੌਜ ਕੋਲੇ। ਉਹ ਵਾਇਰਲੈਸ ਦੇ ਵਿੱਚ ਆਵਾਜ਼ ਚੱਲਦੀ ਰਹਿੰਦੀ ਹੈ। ਵਾਇਰਲੈਸ ਮਤਲਬ ਤਾਰ ਤੋਂ ਬਗੈਰ। ਤੇ ਉਹਦੇ ਵਿੱਚ ਨਾ ਕੋਈ ਅਫਸਰ ਵਾਇਰਲੈਸ ਵਿੱਚ ਹੁਕਮ ਦਿੰਦਾ, ਉਹਦੀ ਵਾਇਰਲੈਸ ਦੀਆਂ ਤਰੰਗਾਂ ਸਾਰੀਆਂ ਵਾਇਰਲੈਸਾਂ ਵਿੱਚ ਚਲੀਆਂ ਜਾਂਦੀਆਂ, ਪਰ ਉਸ ਦੀ ਆਵਾਜ਼ ਨੂੰ ਸੁਣ ਕੇ ਜਿਹਦੇ ਵਾਸਤੇ ਆਵਾਜ਼ ਹੁੰਦੀ ਆ ਉਹ ਕਨੈਕਟ ਕਰ ਲੈਂਦਾ ਹੈ, ਬਾਕੀ ਚੱਲੀ ਜਾਂਦੀਆਂ। ਤੁਸੀਂ ਫੋਨ ਲਾਉਣੇ ਹੋ, ਫੋਨ ਦਾ ਜਿਹੜਾ ਨੰਬਰ ਨੱਪਦੇ ਹੋ ਅੱਗੇ ਨੰਬਰਾਂ ਨਾਲ ਅਟੈਚ ਹੁੰਦੇ ਆ ਅਤੇ ਸਾਡੀ ਆਵਾਜ਼ ਉੱਥੇ ਪਹੁੰਚ ਜਾਂਦੀ ਆ। ਅੱਜ ਤਾਂ ਸੈਂਸ ਨੂੰ ਅੱਜ ਮਿਲੇ ਆ ਨਾ, ਇਹ ਤਾਂ ਸੈਂਸ ਦੀ ਅੱਜ ਦੀ ਪ੍ਰਾਪਤੀ ਹੈ ਵੀ ਇਹਨੇ ਮੋਬਾਈਲ ਫੋਨ ਬਣਾ ਲਿਆ। ਪਰ ਬ੍ਰਹਮ ਗਿਆਨੀਆਂ ਕੋਲੇ ਤਾਂ ਇਹ ਸ਼ੁਰੂ ਤੋਂ ਸੀਗਾ। ਜੀਭੇ ਬਾਝੋਂ ਬੋਲਣਾ, ਬੰਦਾ ਕਿਤੇ ਬੈਠਾ ਗੱਲ ਕਿਤੇ ਕਰੀ ਜਾਂਦੇ ਆਪਾਂ। ਅੱਜ ਕੋਈ ਫੌਜ ਦੇ ਵਿੱਚ ਹੈ, ਕੋਈ ਕੈਨੇਡਾ 'ਚ ਬੈਠਾ, ਪਰ ਇਹ ਸਾਰਾ ਕੁਝ ਦੇਖੋ ਅੱਜ ਆਪਾਂ ਮੋਬਾਈਲ ਨਾਲ ਹੀ ਸੁਣ ਰਹੇ ਹਾਂ। ਇਹ ਸੈਂਸ ਦੀ ਪ੍ਰਾਪਤੀ ਹੈ। ਬ੍ਰਹਮੰਡੀਆਂ ਨੇ, ਬ੍ਰਹਮ ਗਿਆਨੀਆਂ ਨੇ ਇੱਕ ਥਾਂ 'ਤੇ ਬੈਠ ਕੇ ਸਾਰੇ ਬ੍ਰਹਿਮੰਡ ਨੂੰ ਇਉਂ ਦੇਖ ਰਹੇ ਆ ਜਿਵੇਂ ਹੱਥ ਉੱਤੇ ਔਲਾ ਰੱਖਿਆ ਹੋਵੇ। ਉਹ ਐਂ ਵੇਖੀ ਜਾਂਦੇ ਆ। तो माता गुजरी जी एक दिन कहन लगे, धन गुरु नानक दे, धन गुरु गोबिंद सिंह जी नूं अपने पुत्र नूं कहने, पुत्रा मैं सुनिया ब्रह्म ज्ञानी जिहड़े हुंदे हन वो दूर बैठे सुन लैंदे आ, अज भी कोई ब्रह्म ज्ञानी है? धन गुरु गोबिंद सिंह जी कहते हाँ माता जी। कहते फिर दर्शन करा दिओ। कहने करवा देंगे। तो ऐदा करी माता, तड़के नहा धो के इशनान करके सफाई सुचता दे नाल प्रशादा तैयार करी, तो एक ब्रह्म ज्ञानी प्रशादा छकण वास्ते आ जाऊगा। कहने माता ने प्रशादा तैयार करना शुरू किया। उधरों उस वेले दे महान ब्रह्म ज्ञानी बाबा बुढ़ा जी के पुत्र राम कोयर जी उन्होंने खिच पई। भाव उन्होंने गुरु गोबिंद सिंह जी ने सुनेहा भेजता बिना जीव तो सुरत नाल भी तड़के आके प्रशादा छकना। ते गुरु प्यारिओ तड़के तड़के अमृत वेले बाबा राम कोयर जी अपने साथी सिंघां नूं कहण लगे, सिखां नूं कहण लगे भी मैं जाना जरूरी काम कि मेरी घोड़ी लियाओ। ते घोड़ी तैयार करके उन्होंने दिती गई। उन्होंने घोड़ी भजा ली। बैठे कित्थे सीगे? बाबे बुढ़े की भीड़ आपदे घर। तो याद किया आनंदपुर साहब के विच घो सतनाम सी। जिस वेले इधरों कनैक्ट होया, कोई फोन नाल नहीं होयागा, सुरत नाल, जीभे बाझों बोलना, जीभ तो बगैर सुरत नाल शब्द छड्डे आ, तरंगां छड्डियां। और भाई राम कोयर जी घोड़ी नूं भजा लिया। पर ब्रह्म ज्ञानी जिहड़े आ करामात नूं प्रगट भी नहीं करते, दिखाउंदे नहीं। घोड़ी नूं भजा करके बाबा बुढ़ा राम कोयर जी पहुँचे। हुण दूर बहुत है पिंड, पर फिर भी इधर कहने दोपहरे पहुँच गए। तो माता जी बार बार पूछ रहे हैं, पुत्र हजे तक कोई आया नहीं? कहने माता जी उड़ीक रखो, आ रहे हैं। तो थोड़ी देर बाद धन गुरु गोबिंद सिंह जी नूं जा मत्था टेकिया, नमस्कार की और गुरु गोबिंद सिंह जी कहते जाओ बाबा जी घरे प्रशादा तैयार है, प्रशादा छको, माता नूं दर्शन दिओ नाल। और माता ने प्रशादा छकिया, छकाया। फिर पूछया बाबा जी कित्थों आए?
ਵੀ ਇੱਥੇ ਸੀ ਕਿਤੇ ਨੇੜੇ ਜਾਂ ਕਿੱਥੋਂ ਆਏ? ਕਹਿੰਦੇ ਜੀ ਅਸੀਂ ਤਾਂ ਅੰਮ੍ਰਿਤਸਰ ਤੋਂ ਆਏ ਹਾਂ, ਬਾਬੇ ਬੁੱਢੇ ਦੀ ਭੀੜ ਤੋਂ, ਜਾਣਦੇ ਹੀ ਹੋ ਤੁਸੀਂ। ਤੋ ਇਸ ਤਰ੍ਹਾਂ ਗੁਰੂ ਪਿਆਰਿਓ, ਇਹ ਜਿਹੜੀਆਂ ਸੁੱਟ ਦੀਆਂ ਗੱਲਾਂ ਨਾ, ਇਹ ਤਾਂ ਫਿਰ ਬ੍ਰਹਮ ਗਿਆਨੀਆਂ ਨੂੰ ਹੀ ਸਮਝ ਆਉਂਦੀਆਂ। ਤੇ ਇਸ ਦਾ ਸਵਾਦ ਵੀ ਪਾਤਸ਼ਾਹ ਜੀ ਕਹਿੰਦੇ ਸੁਰਤ ਨਾਲ ਹੀ ਆਉਂਦਾ। ਤੇ ਸਿੱਖ ਸੰਗਤਾਂ ਨੇ ਫਿਰ ਪੁੱਛਿਆ, ਮਹਾਰਾਜ ਫਿਰ ਸਾਨੂੰ ਉਹ ਕਿਉਂ ਨਹੀਂ ਸੁਣਦਾ ਦਿਸਦਾ? ਕਿਉਂ ਨਹੀਂ ਸਾਨੂੰ ਉਹਦਾ ਸਵਾਦ ਆਉਂਦਾ ਜਿਹੜਾ ਬ੍ਰਹਮ ਗਿਆਨੀਆਂ ਨੂੰ ਆਉਂਦਾ? ਸਾਨੂੰ ਕਿਉਂ ਨਹੀਂ ਆਉਂਦਾ? ਜਦ ਤੁਸੀਂ ਕਹਿੰਦੇ ਹੋ ਹਰ ਥਾਂ 'ਤੇ ਆ ਉਹ। ਹੁਣ ਫੋਨ ਤਾਂ ਉੱਥੇ ਹੀ ਵੱਜੂਗਾ ਨਾ ਜਿੱਥੇ ਲਾਓਗੇ ਨੰਬਰ, ਦੂਜਿਆਂ ਦੇ ਫੋਨਾਂ ਥੋੜ੍ਹਾ ਵੱਜਦਾ। ਇਸੇ ਤਰ੍ਹਾਂ ਹੀ ਸਵਾਦ ਉਹਨੂੰ ਆਊਗਾ ਜਿਹਦੀ ਸੁਰਤ ਉਹਦੇ ਨਾਲ ਜੁੜੇ ਹੋਵੇਗੀ, ਜਿਹਦਾ ਧਿਆਨ ਉਹਦੇ ਨਾਲ ਜੁੜਿਆ ਹੋਵੇਗਾ, ਉਸੇ ਨੂੰ ਆਵੇਗਾ। ਅਗਲੇ ਸ਼ਬਦ ਵਿੱਚ ਪਾਤਸ਼ਾਹ ਕਹਿੰਦੇ, ਮਹੱਲਾ ਦੂਜਾ, ਦਿਸੈ ਸੁਣੀਐ ਜਾਣੀਐ ਸਾਉ ਨ ਪਾਇਆ ਜਾਏ। ਜਿਵੇਂ ਕਹਿੰਦੇ ਸਾਹਮਣੇ ਖੰਡ ਪਈ ਆ, ਗੁੜ ਪਿਆ, ਦਿਖ ਰਿਹਾ ਗੁੜ ਹੈ, ਔਰ ਕੋਈ ਕੋਲੇ ਬੈਠਾ ਕਹਿ ਰਿਹਾ ਗੁੜ ਖਾਓ, ਉਹਨੇ ਸੁਣ ਲਿਆ ਵੀ ਇਹ ਗੁੜ ਹੈ, ਗੁੜ ਖਾਣ ਦਾ ਹੁਕਮ ਹੋਇਆ। ਸਾਹਮਣੇ ਪਿਆ ਗੁੜ ਦਿਸ ਰਿਹਾ ਹੈ, ਆਵਾਜ਼ ਕੀਤੀ ਸੁਣ ਰਿਹਾ ਹੈ, ਸੁਣਨ ਵਾਲਾ ਜਾਣਦਾ ਵੀ ਇਹ ਮਿੱਠਾ ਹੈ, ਪਰ ਜਿੰਨਾ ਵਿੱਚੋਂ ਚਿਰ ਉਹ ਮੂੰਹ ਵਿੱਚ ਨਹੀਂ ਪਾਇਆ, ਸਵਾਦ ਤਾਂ ਨਹੀਂ ਆਇਆ ਨਾ। ਕਹੋ ਸਤਿਨਾਮ ਸ੍ਰੀ। ਜਿੰਨਾ ਚਿਰ ਉਸ ਗੁੜ ਨੂੰ ਚੱਕ ਕੇ ਮੂੰਹ ਵਿੱਚ ਨਹੀਂ ਪਾਇਆ ਜਾਂਦਾ, ਇਕੱਲੇ ਸੁਣਨ ਨਾਲ ਸਵਾਦ ਨਹੀਂ ਆਉਂਦਾ, ਇਕੱਲੇ ਕਹਿਣ ਨਾਲ ਨਹੀਂ ਆਉਂਦਾ, ਇਕੱਲੇ ਵੇਖਣ ਨਾਲ ਨਹੀਂ ਆਉਂਦਾ। ਜਿੰਨਾ ਚਿਰ ਉਸ ਨੂੰ ਆਪਣੇ ਅੰਦਰ ਨਾ ਲਿਜਾਇਆ ਜਾਵੇ, ਇਸੇ ਤਰ੍ਹਾਂ ਹੀ ਬਾਣੀ ਜਿਹੜੀ ਹੈ, ਜਿੰਨਾ ਚਿਰ ਆਪਣੇ ਸੁੱਤ ਵਿੱਚ ਨਹੀਂ ਜਾਂਦੀ, ਇਹਦਾ ਵੀ ਸਵਾਦ ਨਹੀਂ ਆਉਂਦਾ। ਉਹ ਮਾਲਕ ਦਾ ਸਵਾਦ ਕਿਵੇਂ ਆਵੇ? ਦਿਸੈ ਸੁਣੀਐ ਜਾਣੀਐ ਸਾਉ ਨ ਪਾਇਆ ਜਾਏ। ਉਹਦਾ ਸਵਾਦ ਕਿਵੇਂ ਆਵੇ? ਬਾਬਾ ਜੀ ਕਹਿੰਦੇ ਕਿਵੇਂ ਆਵੇ? ਭਾਵ ਨਹੀਂ ਆਉਂਦਾ ਜਿੰਨਾ ਚਿਰ ਉਸ ਨੂੰ ਆਪਣੇ ਅੰਦਰ ਨਾ ਲਿਆ ਜਾਵੇ, ਉਹਦੀ ਫੀਲਿੰਗ ਨਾ ਲਈ ਜਾਵੇ, ਉਹਨੂੰ ਆਪਣੇ ਅੰਦਰ ਨਾ ਖਾਧਾ ਜਾਵੇ। ਉਸੇ ਤਰ੍ਹਾਂ ਹੀ ਜਿਵੇਂ ਬਾਬਾ ਜੀ ਕਹਿੰਦੇ, ਰੋਲਾ ਟੁੰਡਾ ਅੰਧਲਾ ਕਿਉਂ ਕਣ ਲਾਗੇ ਧਾਏ। ਜੇ ਕਿਸੇ ਦੇ ਪੈਰ ਨਾ ਹੋਣ, ਪੈਰਾਂ ਤੋਂ ਲੰਗੜਾ ਹੋਵੇ, ਹੱਥਾਂ ਤੋਂ ਟੁੰਡਾ ਹੋਵੇ, ਅੱਖਾਂ ਤੋਂ ਅੰਨਾ ਹੋਵੇ, ਤੇ ਸਾਹਮਣੇ ਕੋਈ ਆ ਜੇ ਆਪਣਾ ਜਾਣਿਆ ਪਛਾਣਿਆ ਮਿੱਤਰ, ਕੀ ਉਹ ਭੱਜ ਕੇ ਉਹਨੂੰ ਗਲਵੱਕੜੀ 'ਚ ਲੈ ਸਕਦਾ? ਨਾ ਤਾਂ ਤੁਰਨ ਵਾਸਤੇ ਪੈਰ ਹੈ, ਨਾ ਗਲਵੱਕੜੀ ਪਾਉਣ ਵਾਸਤੇ ਹੱਥ ਹਨ, ਬਾਹਾਂ ਹਨ, ਤੇ ਨਾ ਅੱਖਾਂ ਦੇ ਨਾਲ ਦਿਸਦਾ ਹੈ। ਉਹ ਕਿਵੇਂ ਭੱਜ ਕੇ ਆਪਣੇ ਪਿਆਰੇ ਦੇ ਗਲੇ ਲੱਗ ਸਕਦਾ? ਉਹ ਅਸੀਂ ਇਸੇ ਕਰਕੇ ਸੁਰਤ ਕਰਕੇ ਅੰਨੇ ਵੀ ਹਾਂ, ਸੁਰਤ ਕਰਕੇ ਟੁੰਡੇ ਵੀ ਹਾਂ, ਸੁਰਤ ਕਰਕੇ ਅਸੀਂ ਲੰਗੜੇ ਵੀ ਹਾਂ। ਕਹੋ ਸਤਿਨਾਮ ਸ੍ਰੀ। ਨਾ ਸਾਡੀ ਸੁਰਤ ਚੱਲਦੀ ਹੈ, ਨਾ ਅਸੀਂ ਸੁਰਤ ਕਰਕੇ ਦੇਖਦੇ ਹਾਂ, ਨਾ ਅਸੀਂ ਸੁਰਤ ਕਰਕੇ ਸੁਣਦੇ ਹਾਂ। ਬਸ ਇੱਕ ਉਦਾਹਰਨ ਦੇਤੀ, ਜਿਵੇਂ ਕੋਈ ਇੱਦਾਂ ਦਾ ਧੜ ਹੋਵੇ, ਧਾੜੀ ਹੋਵੇ ਨਾ, ਧਾੜੀ ਹੋ ਗਿਆ ਨਾ, ਥੱਲੇ ਪੈਰ ਨਾ ਹੋਣ, ਹੱਥ ਵੀ ਕੱਟੇ ਹੋਣ, ਅੱਖਾਂ ਤੋਂ ਅੰਨਾ ਹੋਵੇ ਤੇ ਧਾੜੀ ਆ ਇਕੱਲਾ ਨਾ। ਧੜ ਕਿਵੇਂ ਭੱਜ ਕੇ ਕਿਸੇ ਦੇ ਗਲੇ ਲੱਗੂਗਾ ਬਈ? ਉਸੇ ਤਰ੍ਹਾਂ ਹੀ ਇਹ ਸਰੀਰ ਇੱਕ ਧੜ ਹੈ, ਜਿੰਨਾ ਚਿਰ ਇਹਦੇ ਵਿੱਚ ਸੁਰਤ ਕੰਮ ਨਹੀਂ ਕਰਦੀ। ਕਹੋ ਸਤਿਨਾਮ ਸ੍ਰੀ। ਪਰਮੇਸ਼ਰ ਦੇ ਗਲੇ ਕਿਵੇਂ ਲੱਗ ਸਕਦਾ ਇਹ ਜੀਵ ਆਤਮਾ? ਇਹ ਸੁਰਤ ਕਰਕੇ ਟੁੰਡਾ ਹੈ, ਅੰਨਾ ਹੈ, ਲੰਗੜਾ ਹੈ।
फिर महाराज किवें गले लग सकदा? सिखां ने पुछया। अगला सवाल, महाराज किवें गले लग सकदा? कहंदे आ दसां। भै के चरण कर भाव के, मालक दे डर दे पैर बना, भाव मालक दे भै विच रहना। ये तेरी सुरत दे पैर होण, सुरत विच हमेशा मालक दा डर होवे। जिवें कोई इस्त्री, कोई बच्ची सहुरे है जां पेके है, अपने मालक नूं हमेशा याद रखे। हुण आपां पेकिਆਂ 'ਚ ਰਹਿ ਰਹੇ ਹਾਂ, मात लोक पेके आ, सहुरे अपने सचखंड है। हुण ਜਿਹੜੇ ਇੱਥੇ याद करनगे मालक नूं, ਉਹੋ ही सचखंड भी जाके मिल सकते आ, ਤੇ ਜਿਹੜੀਆਂ पेके जाके भुੱਲ ਜਾਂਦੀਆਂ मालक नूं, डरदियां नहीं मालक ਤੋਂ, ਉਹਨਾਂ ਦਾ मालक नाल प्यार नहीं पै सकदा। को सतनाम ਸਿੰਘ ਉਹ ਮਾਲਕ ਦੇ ਨਾਲ ਤਾਂ ਹੀ ਮਿਲ ਸਕਦੀਆਂ ਜੇ ਸਹੁਰੇ ਪੇਕੇ ਹਰ ਥਾਂ 'ਤੇ ਉਹਨੂੰ ਹਮੇਸ਼ਾ ਯਾਦ ਰੱਖਣ। ਭੈ ਕੇ ਚਰਨ, ਤਾਂ ਸੁਰਤ ਦੇ ਜਿਹੜੇ ਪੈਰ ਹੈ ਉਹ ਡਰਦੇ ਹੈ। ਜਿਵੇਂ ਸਿਮਰਨ ਕਰਦੇ ਹਾਂ, ਦੌਲਤ ਖਾਨ ਪਠਾਨ ਰਾਜਾ ਸੁਲਤਾਨਪੁਰ ਵਾਲਾ ਕਾਜੀ, ਉਹਨਾਂ ਦੇ ਅੰਦਰ ਡਰ ਹੀ ਨਹੀਂ ਸੀਗਾ ਕਿ ਅਸੀਂ ਨਮਾਜ਼ ਕਰ ਰਹੇ ਹਾਂ ਤੇ ਸੁਰਤ ਉਹਨਾਂ ਦੀ ਘੋੜਿਆਂ ਮਗਰ ਭੱਜੀ ਫਿਰਦੀ ਸੀ। ਡਰ ਹੈ ਨਹੀਂ ਸੀ ਨਾ। ਜੇ ਡਰ ਹੁੰਦਾ ਫਿਰ ਉਹ ਕਿਉਂ ਜਾਂਦੇ ਉੱਧਰ? ਤਾਂ ਡਰ ਦੇ ਪੈਰ ਬਣਾਓ। ਭੈ ਕੇ ਚਰਨ, ਡਰ ਦੇ ਪੈਰ, ਕਰ ਭਾਵ ਕੇ, ਭਾਵਨਾ ਦੇ ਹੱਥ, ਲੋਇਨ ਸੁਰਤ ਕਰੇ, ਇਉਂ ਤੁਹਾਡੀ ਸੁਰਤ ਜਿਹੜੀ ਹੈ ਸੁਜਾਖੀ ਹੋ ਸਕਦੀ ਹੈ। ਸੁਰਤ ਦੇ ਨਾਲ ਵੇਖਣਾ, ਮਾਲਕ ਤੋਂ ਡਰਨਾ, ਮਾਲਕ ਨਾਲ ਪਿਆਰ ਵੀ ਕਰਨਾ। ਡਰ ਕੇ ਭੱਜ ਨਹੀਂ ਜਾਣਾ। ਡਰ ਕੇ ਤਾਂ ਕਈ ਵਾਰੀ ਕੁੱਤੇ ਡਰ ਕੇ ਦੂਰ ਭੱਜ ਜਾਂਦੇ ਨੇ, ਕੁੱਤੇ ਨੂੰ ਭਜਾ ਦਿੰਦੇ ਆ, ਉਹ ਡਰ ਨਹੀਂ ਹੈਗਾ। ਡਰਨਾ ਪਰ ਨਾਲ ਪਿਆਰ ਵੀ ਹੋਣੇ, ਸ਼ਰਧਾ ਵੀ ਹੋਵੇ। ਭੈ ਕੇ ਚਰਨ ਕਰ ਭਾਵ ਕੇ, ਲੋਇਨ ਸੁਰਤ ਕਰੇ, ਨਾਨਕ ਕਹੈ ਸਿਆਣੀਏ, ਇਵ ਕੰਤ ਮਿਲਾਵਾ ਹੋਏ। ਸਿਆਣੀਏ, ਹੈ ਬੀਬੀ, ਹੈ ਜੀਵ ਇਸਤਰੀ, ਹੈ ਜੀਵ ਆਤਮਾ, ਤੂੰ ਇਉਂ ਕੰਤ ਨੂੰ ਮਿਲ ਸਕਦੀ ਹੈ। ਧੰਨ ਗੁਰੂ ਅੰਗਦ ਦੇਵ ਜੀ ਸਿੱਖ ਸੰਗਤਾਂ ਨੂੰ ਸਮਝਾ ਰਹੇ ਹਨ, ਨਾਨਕ ਕਹੈ ਸਿਆਣੀਏ, ਇਵ ਕੰਤ ਮਿਲਾਵਾ ਹੋਏ। ਇਉਂ ਇਸ ਤਤ ਦੇ ਸਿਧਾਂਤ ਦੇ ਜਾਣਨ ਵਾਲਿਓ, ਸਿਆਣੀਏ, ਸੂਝਵਾਨ ਸਖੀਓ, ਭਾਵ ਮਿੱਤਰੋ, ਭਾਵੇ ਸਿੱਖੋ। ਇਉਂ ਮਾਲਕ ਦਾ ਮਿਲਾਪ ਹੋ ਸਕਦਾ ਹੈ। ਤੇ ਫਿਰ ਸਤਿਗੁਰੂ ਇੱਕ ਗਿਆਨ ਹੋਰ ਦਿੰਦੇ ਆ ਪੌੜੀ ਦੇ ਰਾਹੀਂ, ਸਦਾ ਸਦਾ ਤੂੰ ਇੱਕ ਹੈ ਤੋ ਦੂਜਾ ਖੇਲ ਰਚਾਇਆ। ਕਹਿੰਦੇ ਵਾਹ ਮਹਾਰਾਜ, ਕੈਸੀ ਰਚਨਾ ਕੀਤੀ ਆ। ਤੂੰ ਹਮੇਸ਼ਾ ਇੱਕ ਹੈ ਤੇ ਫਿਰ ਆਹ ਦੁਨੀਆ, ਕਹਿੰਦੇ ਇਹ ਉਹਦੀ ਖੇਡ ਹੈ। ਏਕ ਹੈ ਅਨੇਕ ਹੈ, ਅਨੇਕ ਹੈ ਫਿਰ ਏਕ ਹੈ। ਸਾਰਿਆਂ ਵਿੱਚੋਂ ਇੱਕੋ ਹੀ ਆ। ਬਾਹਰੀ ਤੌਰ 'ਤੇ ਸਰੀਰ ਬਣਾ ਕੇ ਉਹਨੇ ਅਨੇਕਾਂ ਦਾ ਰੂਪ ਕਰ ਲਿਆ। ਇਹਨੂੰ ਮਾਇਆ ਕਹਿੰਦੇ ਆ। ਕਹਿੰਦੇ एक है अनेक है, अनेक है फिर एक है, सदा सदा तू एक है तो दूजा खेल रचाया। हौमै गर्भ पाए कै लोभ अंतर जनता पाया। ਤੇ ਜੀਵਾਂ ਦੇ ਵਿੱਚ ਮਾਇਆ ਦਾ ਪ੍ਰਭਾਵ ਪਾ ਦਿੱਤਾ। ਹਉਮੈ ਹੰਕਾਰ ਪੈਦਾ ਹੋ ਗਿਆ, ਲਾਲਚ ਪੈਦਾ ਹੋ ਗਿਆ ਜਨਤਾ ਦੇ ਵਿੱਚ। ਜਿਉਂ ਭਾਵੈ ਤਿਉਂ ਰੱਖ ਤੂੰ, ਸਭ ਕਰੇ ਤੇਰਾ ਕਰਾਇਆ। ਜਿਵੇਂ ਤੈਨੂੰ ਚੰਗਾ ਲੱਗਦਾ ਤੂੰ ਉਵੇਂ ਜੀਵਾਂ ਨੂੰ ਰੱਖਦਾ, ਰੱਖ ਲਾ। ਇਹ ਸਾਰੇ ਤੇਰੇ ਚਲਾਏ ਹੋਏ ਚੱਲ ਰਹੇ ਹਨ। ਜਿਵੇਂ ਤੂੰ ਕਰਾਉਣਾ ਉਵੇਂ ਹੀ ਹੁੰਦਾ। ਇੱਕ ਨਾ ਬਖਸ਼ੈ ਮੇਲ ਲਹੈ, ਗੁਰਮਤੀ ਤੁਧੈ ਲਾਇਆ। ਕਈਆਂ ਨੂੰ ਮਾਫ ਕਰਕੇ ਬਖਸ਼ ਕੇ ਆਪਣੇ ਚਰਨੀ ਲਾ ਲੈਣਾ ਗੁਰਮਤ ਦੇ ਕੇ। ਗੁਰਮਤੀ, ਗੁਰਮਤਿ ਦੇ ਰਾਹੀਂ, ਗੁਰੂ ਦੀ ਮੱਤ ਰਾਹੀਂ, ਗੁਰੂ ਦੇ ਗਿਆਨ ਰਾਹੀਂ। ਇਹ ਖੜਾ ਕਰੇ ਤੇਰੀ ਚਾਕਰੀ, ਬਿਨ ਨਾਵੈ ਹੋਰ ਨ ਭਾਇਆ।
ਕਿਹਨਾਂ ਨੂੰ ਬੁਲਾ ਲੈਂਦਾ? ਜਿਹੜੇ ਹਮੇਸ਼ਾ ਤੇਰੇ ਚਰਨਾਂ ਵਿੱਚ ਖੜੇ ਰਹਿੰਦੇ ਨੇ, ਉਹਨਾਂ ਨੂੰ ਹੋਰ ਕੋਈ ਚੰਗਾ ਨਹੀਂ ਲੱਗਦਾ। ਹੋਰ ਕਾਰ ਬੇਕਾਰ ਹੈ, ਇੱਕ ਸੱਚੀ ਕਾਰ ਹੈ ਲਾਇਆ, ਉਹਨਾਂ ਨੂੰ ਬਾਕੀ ਸਭ ਕੁਝ ਬੇਕਾਰ ਲੱਗਦਾ। ਇਹ ਕੇਵਲ ਤੇਰੇ ਨਾਲ ਜੁੜਨਾ ਹੀ ਚੰਗਾ ਲੱਗਦਾ ਹੈ। ਉਤ ਕਲਟ ਕੁਟੰਬ ਹੈ, ਇੱਕ ਲਿਪਤ ਰਹੇ ਜੇ ਤੁਧ ਭਾਇਆ। ਇੱਕ ਉਹ ਆ ਜਿਹੜੇ ਧੀਆਂ ਪੁੱਤਰਾਂ ਵਿੱਚ ਉਲਝੇ ਹੋਏ ਨੇ, ਤੇ ਇੱਕ ਉਹਨਾਂ ਤੋਂ ਉੱਚੇ ਉੱਠ ਕੇ ਤੈਨੂੰ ਭਾ ਗਏ, ਤੈਨੂੰ ਚੰਗੇ ਲਾਗੇ, ਉਹ ਤੇਰੇ ਨਾਲ ਜੁੜ ਗਏ। ਉਹ ਇਹ ਅੰਦਰੋਂ ਬਾਹਰੋਂ ਨਿਰਮਲੇ ਸੱਚਾ ਨਾਇ ਸਮਾਇਆ। ਉਹ ਜਿਹੜੇ ਤੇਰੇ ਨਾਲ ਜੁੜ ਗਏ, ਉਹ ਅੰਦਰੋਂ ਬਾਹਰੋਂ ਪਵਿੱਤਰ ਹੋ ਗਏ, ਸਾਫ਼ ਹੋ ਗਏ, ਤੇ ਜਪਦੇ ਜਪਦੇ ਤੇਰੇ ਵਿੱਚ ਸਮਾ ਗਏ। ਇਸੀ ਪਵਿੱਤਰ ਸ਼ਬਦ ਦੀ ਵਿਚਾਰ ਅੱਜ ਦਾ ਦਿਹਾੜਾ 20 ਫਰਵਰੀ, ਨਨਕਾਣਾ ਸਾਹਿਬ ਦਾ ਇਤਿਹਾਸ, ਜਿਸ ਦੇ ਉੱਤੇ ਉਸ ਵੇਲੇ ਮਹੰਤਾਂ ਦਾ ਕਬਜ਼ਾ ਸੀ, ਔਰ ਮਹੰਤਾਂ ਨੇ ਕਬਜ਼ਾ ਕਰਕੇ ਗੁਰੂ ਘਰਾਂ ਦੇ ਵਿੱਚ ਜਿਹੜਾ ਹੈ, ਗੁਰੂ ਪਿਆਰਿਓ, ਸੰਸਾਰ ਨੂੰ ਦੁੱਖ ਦਿੱਤਾ ਹੋਇਆ ਸੀ। ਗੁਰੂ ਘਰਾਂ ਦੀ ਮਰਜ਼ਾਦਾ ਵਿਗਾੜ ਦਿੱਤੀ ਸੀ, ਔਰ ਸਿੱਖ ਸੰਗਤਾਂ ਜਾਂਦੀਆਂ ਸਨ ਤੇ ਉਹਨਾਂ ਨੂੰ ਇਸ ਗੱਲ ਦੇ ਉੱਤੇ ਦੁੱਖ ਹੁੰਦਾ ਸੀ ਕਿ ਇਹ ਜਿਹੜਾ ਹੈ ਚੰਗਾ ਨਹੀਂ ਹੋ ਰਿਹਾ। ਬਹੁਤ ਕੋਸ਼ਿਸ਼ ਕੀਤੀ ਗਈ ਸੰਗਤਾਂ ਵੱਲੋਂ, ਬੁੱਧੀਜੀਵੀਆਂ ਵੱਲੋਂ, ਕਿ ਇਹਨਾਂ ਤੋਂ ਪ੍ਰਬੰਧ ਕਿਵੇਂ ਨਾ ਕਿਵੇਂ ਲਿਆ ਜਾਵੇ, ਪਰ ਜਦੋਂ ਉੱਥੇ ਬਹੁਤ ਜ਼ਿਆਦਾ ਬੇਅਦਬੀ ਹੋਣ ਲੱਗੀ ਤੇ ਫਿਰ ਉਹਨਾਂ ਨੂੰ ਕੱਢਣ ਲਈ ਸ਼ਾਂਤਮਈ ਜਥੇ ਜਾਣੇ ਸ਼ੁਰੂ ਹੋਏ। ਲੜਾਈ ਹੋਈ। ਉਹਨਾਂ ਮਹੰਤਾਂ ਨੂੰ ਵੀ ਪਤਾ ਲੱਗਿਆ, ਉਹਨਾਂ ਨੇ ਵੀ ਅੱਗੋਂ ਲੜਾਈ ਕਰਨ ਦੀਆਂ ਤਿਆਰੀਆਂ ਕਰ ਲਈਆਂ, ਅਤੇ ਗੁਰੂ ਪਿਆਰੇ ਉਹਨਾਂ ਨੇ ਪਹਿਲਾਂ ਹੀ ਅੰਦਰ ਲੜਾਈ ਕਰਨ ਵਾਲੇ ਗਲਤ ਅਨਸਰ ਪੈਦਾ ਕੀਤੇ ਹੋਏ ਸਨ, ਕਿਉਂਕਿ ਉਹ ਗਲਤ ਚੱਲਦੇ ਸੀ ਤੇ ਲੜਾਈ ਹੋਈ ਬਹੁਤ ਜ਼ਿਆਦਾ। ਔਰ ਉਹਨਾਂ ਮਹੰਤਾਂ ਨੂੰ ਮੌਕੇ ਦੀ ਸਰਕਾਰ ਅੰਗਰੇਜ਼ਾਂ ਦਾ ਵੀ ਗੁਰੂ ਪਿਆਰਿਓ ਹੱਕ ਸੀ, ਕਿਉਂਕਿ ਅੰਗਰੇਜ਼ ਵੀ ਚਾਹੁੰਦੇ ਸਨ ਕਿ ਇਸ ਭਾਰਤ ਉੱਤੇ ਸਾਡਾ ਕਬਜ਼ਾ ਹੋ ਜਾਵੇ, ਤੇ ਉਹਨਾਂ ਨੇ ਇਹੋ ਜਿਹੇ ਲੋਕਾਂ ਨੂੰ ਜਿਹੜਾ ਹੈ ਤਾਕਤ ਦਿੱਤੀ ਹੋਈ ਸੀ, ਆਜ਼ਾਦੀ ਦਿੱਤੀ ਹੋਈ ਸੀ। ਇਸ ਕਰਕੇ ਜਦੋਂ ਨਾਨਕ ਨਾਮ ਲੇਵਾ ਸਿੰਘਾਂ ਨੂੰ, ਸਿੱਖਾਂ ਨੂੰ ਪਤਾ ਲੱਗਿਆ, ਤੇ ਉਹਨਾਂ ਨੇ ਫਿਰ ਨਨਕਾਣਾ ਸਾਹਿਬ ਨੂੰ ਆਜ਼ਾਦ ਕਰਾਉਣਾ ਚਾਹਿਆ। ਔਰ ਉਸ ਦੌਰਾਨ ਜਿਹੜਾ ਹੈ ਉਹਨਾਂ ਮਹੰਤਾਂ ਨੇ ਆਪਣੇ ਅੰਦਰ ਗੁੰਡੇ ਲੋਕਾਂ ਤੋਂ, ਮਾੜੇ ਲੋਕਾਂ ਤੋਂ ਗੋਲੀਆਂ ਚਲਵਾਈਆਂ। ਉਹਦੇ ਅੰਦਰ ਇੱਕ ਖੂਹ ਸੀਗਾ, ਜਿਸ ਖੂਹ ਦੇ ਵਿੱਚ ਉਹਨਾਂ ਨੇ ਸਿੱਖਾਂ ਨੂੰ, ਬੱਚਿਆਂ ਨੂੰ, ਬੱਚੀਆਂ ਨੂੰ ਵੱਢ ਕੇ ਸਿੱਟਣਾ ਕੀਤਾ। ਇੱਕ ਜੰਡ ਸੀ, ਇੱਕ ਜੰਡ ਦੇ ਨਾਲ ਵੀ ਕਹਿੰਦੇ ਸਿੱਖਾਂ ਨੂੰ ਲਮਕਾ ਕਰਕੇ ਪੁੱਠੇ ਅੱਗਾਂ ਲਾ ਦਿੱਤੀਆਂ। ਪਰ ਅਖੀਰ ਸਿੱਖਾਂ ਦੀ ਜਿੱਤ ਹੋਈ, ਸੰਗਤ ਦੀ ਜਿੱਤ ਹੋਈ। ਉਸ ਨਰੈਣੂ ਮਹੰਤ ਦਾ ਖਾਤਮਾ ਕੀਤਾ, ਤੇ ਅੰਗਰੇਜ਼ਾਂ ਨੇ ਆਪ ਨਨਕਾਣਾ ਸਾਹਿਬ ਦੀਆਂ ਚਾਬੀਆਂ ਜਿਹੜੀਆਂ ਸਨ ਉਹ ਸ਼੍ਰੋਮਣੀ ਕਮੇਟੀ ਨੂੰ ਦਿੱਤੀਆਂ। ਉਸ ਦਾ ਵੀ 100 ਸਾਲਾਂ ਪਿੱਛੇ ਲੰਘਿਆ। 1920 ਦੇ ਵਿੱਚ ਵੀ ਇਹ ਦਿਹਾੜਾ ਮਨਾਇਆ ਗਿਆ। ਅੱਜ 2021 ਆ। 2020 ਦੇ ਵਿੱਚ 20 ਫਰਵਰੀ ਨੂੰ 100 ਸਾਲਾ ਇਸ ਵਿਸ਼ੇ 'ਤੇ ਨਨਕਾਣਾ ਸਾਹਿਬ ਦਾ ਮਨਾਇਆ ਗਿਆ। ਤੇ ਪਿੱਛੇ ਆਪ ਜੀ ਨੂੰ ਪਤਾ ਹੈ
जिस वेले जथे ने जाना सी ननकाना साहब ते मौके की सरकार ने जान नहीं दिता, करोना का बहाना बना करके। ये भी सियासत ही होंदियां, भावें कि 12 साल बाद कुंभ का मेला हुंदा है, उत्थे करोड़ों की गिनती में लोग पहुँचते हैं, पर असल दे विच गुरु किरपा करन ये जिहड़ा सिख पंथ है इस नूं परमेश्वर ने साजिया ते परमेश्वर ही इस नूं संभालदा है। अखीर ननकाना साहब के नरैणू महंत उहदे बंदियां समेत खत्म किया गया कि उत्थों का कब्जा लैके श्रोमणी कमेटी ने इसकी सेवा संभाल आरंभ की। आ सिख संगतां उन्हां स्थानां नूं आप संभाल रही हैं। बहुत बहुत धन्नवाद जिन्हां ने हाज़रियां दवाइयां। सो अज दे दिहाड़े ते उन्हां ननकाना साहब के शहीदों को नतमस्तक होइए, श्रद्धांजलियां अर्पण करते हैं। विचारां इत्थे रोकते हैं। अगले शब्द के विचार आपां कल के दीवानां में सरवण करांगे। बोलदियां ने एक अखर वध घाट हो जाते। सिख संगतां ते सतगुरु बख्शण योग है, बख्श लैना जी। समाप्ति करिए। बुलाओ फतेह, पाओ फतेह। वाहिगुरू जी का खालसा, वाहिगुरू जी की फतेह।